ਹਾਂਜੀ, ਅੱਜ ਅਸੀਂ ਕਰਨ ਜਾ ਰਹੇ ਹਾਂ ਫਿਜ਼ਿਕਸ ਦੇ ਬਹੁਤ ਇੰਪੋਰਟੈਂਟ ਫਾਰਮੂਲਾਸ ਜੋ ਕਿ ਸਾਰੇ ਸਟੂਡੈਂਟਸ ਨੂੰ 10th ਦੇ ਵਿੱਚ ਅਤੇ +2 ਦੇ ਵਿੱਚ ਦੋਨਾਂ ਦੀ ਫਿਜ਼ਿਕਸ ਦੇ ਵਿੱਚ ਬਹੁਤ ਕੰਮ ਆਉਣਗੇ। ਕਰੰਟ ਵਾਲੇ ਸਪੈਸ਼ਲੀ ਫਰਸਟ ਯੂਨਿਟ ਅਤੇ ਥਰਡ ਯੂਨਿਟ ਦੇ ਵਿੱਚ ਦੋਨਾਂ ਦੇ ਵਿੱਚ ਸਾਨੂੰ ਕੰਮ ਆਉਣਗੇ। ਸੋ ਇਹ ਹੈਗੇ ਸਾਡੇ ਥੋੜ੍ਹੇ ਜਿਹੇ ਸਮ ਆਫ ਦਾ ਇੰਪੋਰਟੈਂਟ ਫਾਰਮੂਲਾਸ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਹੈਗਾ ਕਰੰਟ ਦਾ ਫਾਰਮੂਲਾ। ਹੁਣ ਕਰੰਟ ਨੂੰ ਅਸੀਂ ਕਿਵੇਂ ਡਿਫਾਈਨ ਕਰਦੇ ਹਾਂ? ਕਰੰਟ ਹੁੰਦਾ ਆ ਸਾਡਾ ਚਾਰਜ ਪਰ ਯੂਨਿਟ ਟਾਈਮ, ਦੋ ਚੀਜ਼ਾਂ ਨੂੰ ਮਿਲ ਕੇ ਬਣਾਉਂਦਾ ਕਰੰਟ। ਜਿਵੇਂ ਕਿ ਕਿਊ ਨੂੰ ਅਸੀਂ ਮੰਨਦੇ ਹਾਂ ਚਾਰਜ ਪਰ ਯੂਨਿਟ ਟਾਈਮ, ਠੀਕ ਹੈ ਜੀ। ਕਿੰਨਾ ਚਾਰਜ ਪਰ ਯੂਨਿਟ ਟਾਈਮ ਦੇ ਵਿੱਚ ਲੰਘ ਰਿਹਾ ਉਹਨੂੰ ਅਸੀਂ ਕਹਿੰਦੇ ਹਾਂ ਕਰੰਟ। ਅਤੇ ਹੁਣ ਦੇਖੋ ਨੈਕਸਟ ਇਹਦੇ ਵਿੱਚ ਹੁਣ ਇੰਪੋਰਟੈਂਟ ਕੀ ਚੀਜ਼ ਆਉਂਦੀ ਆ ਕਰੰਟ ਦੇ ਵਿੱਚ? ਇਹਨਾਂ ਸਾਰਿਆਂ ਦੇ SI ਯੂਨਿਟਸ, ਸਟੈਂਡਰਡ ਇੰਟਰਨੈਸ਼ਨਲ ਯੂਨਿਟਸ। ਫੋਰ ਐਗਜ਼ਾਮਪਲ ਕਰੰਟ ਜਿਹੜਾ ਕਿ ਸਾਨੂੰ ਪਤਾ ਹੀ ਹੈ ਇਹਦੇ ਯੂਨਿਟ ਹੁੰਦੇ ਆ ਐਂਪੀਅਰ, ਜਿਹਨੂੰ ਕਿ AMP ਦੀ ਫੋਰਮ ਦੇ ਵਿੱਚ ਅਸੀਂ ਲਿਖਦੇ ਹਾਂ। ਅਤੇ ਨੈਕਸਟ ਸਾਡੇ ਕੋਲ ਹੁੰਦਾ ਚਾਰਜ, ਚਾਰਜ ਨੂੰ ਅਸੀਂ ਲਿਖਦੇ ਹਾਂ ਕੂਲਮ, COLUMB, ਕੂਲਮ ਦੀ ਫੋਰਮ, ਕੂਲਮ ਅਸੀਂ ਕਹਿ ਦਿੰਦੇ ਹਾਂ ਚਾਰਜ ਨੂੰ। ਟਾਈਮ ਦਾ ਸਾਨੂੰ ਪਤਾ ਹੀ ਹੈ ਕਿ ਇਹਨੂੰ ਅਸੀਂ ਕੀ ਕਹਿੰਦੇ ਹਾਂ ਸੈਕਿੰਡ, ਠੀਕ ਹੈ ਜੀ। ਅਤੇ ਹੁਣ ਜੋ ਇੱਕ ਹੋਰ ਗੱਲ ਇਹਦੇ ਵਿੱਚੋਂ ਕੱਢਣ ਨੂੰ ਮਿਲਦੀ ਹੈ, ਸਾਨੂੰ ਦੇਖਣ ਨੂੰ ਮਿਲਦੀ ਆ ਕਿ 1 ਕੂਲਮ ਆਫ ਚਾਰਜ ਕਿਸ ਚੀਜ਼ ਦੇ ਬਰਾਬਰ ਹੁੰਦਾ 6 × 10⁻18 ਇਲੈਕਟ੍ਰੋਨਸ। ਇੱਕ ਕੂਲਮ ਦੇ ਵਿੱਚ ਇੰਨੇ ਸਾਰੇ ਇਲੈਕਟ੍ਰੋਨਸ ਹੁੰਦੇ ਆ। ਅਤੇ ਹੁਣ ਦੂਜਾ ਪਾਸਾ ਦੇਖ ਲੈਂਦੇ, ਇੱਕ ਇਲੈਕਟ੍ਰੋਨ ਦੇ ਵਿੱਚ 1.6 × 10⁻19 ਕੂਲਮ ਚਾਰਜ ਹੁੰਦਾ। ਇੱਕ ਇਲੈਕਟ੍ਰੋਨ ਦੇ ਉੱਤੇ 1.6 × 10⁻19 ਕੂਲਮ ਅਪਰੋਕਸੀਮੇਟਲੀ ਇੰਨਾ ਚਾਰਜ ਹੁੰਦਾ ਹੈ, ਠੀਕ ਹੈ ਜੀ। ਅਤੇ SI ਯੂਨਿਟ ਅਤੇ ਇਹਨਾਂ ਦਾ ਫਾਰਮੂਲਾ, ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਸਾਨੂੰ ਮਿਲਦੀਆਂ, ਇੰਪੋਰਟੈਂਟ ਆ। ਅਤੇ ਨੈਕਸਟ ਹੈਗਾ ਸਾਡੇ ਕੋਲ ਪੋਟੈਂਸ਼ੀਅਲ ਡਿਫਰੈਂਸ। ਹੁਣ ਦੇਖੋ ਸਾਡੇ ਕੋਲ ਇੱਕ ਬੈਟਰੀ ਆ, ਜਿਵੇਂ ਕਿ ਅਸੀਂ ਇਸ ਤਰੀਕੇ ਨਾਲ ਬਣਾ ਦਿੰਦੇ ਹਾਂ, ਇੱਕ ਪੋਜ਼ੀਟਿਵ ਅਤੇ ਨੈਗੇਟਿਵ ਟਰਮੀਨਲ ਹੁੰਦੇ, ਇੱਧਰਲਾ ਪੋਜ਼ੀਟਿਵ ਹੈ, ਇੱਧਰਲਾ ਨੈਗੇਟਿਵ ਹੁੰਦਾ। ਕੋਈ ਵੀ ਸਰਕਟ ਜਦੋਂ ਇਹ ਬਲਬ ਮੰਨ ਲਓ ਇਸ ਤਰੀਕੇ ਨਾਲ, ਹੁਣ ਕੋਈ ਵੀ ਸਰਕਟ ਕਦੋਂ ਕੰਮ, ਇਲੈਕਟ੍ਰੋਨਸ ਦਾ ਫਲੋ ਕਦੋਂ ਸ਼ੁਰੂ ਹੋਊਗਾ? ਜਦੋਂ ਇਹਨਾਂ ਦੋਨਾਂ ਐਂਡਸ ਦੇ ਵਿੱਚ ਪੋਟੈਂਸ਼ੀਅਲ ਦਾ ਜਾਣੀ ਪ੍ਰੈਸ਼ਰ ਦਾ ਡਿਫਰੈਂਸ ਹੋਊਗਾ। ਅਤੇ ਉਹ ਹੁੰਦਾ ਆਪਣੇ ਕੋਲ, ਜਿਵੇਂ ਬੈਟਰੀ ਦੇ ਸਾਨੂੰ ਪਤਾ ਹੀ ਹੈ ਨਾ, ਸੈੱਲ ਹੁੰਦਾ, ਉਹਦੇ ਇੱਕ ਪੋਜ਼ੀਟਿਵ ਅਤੇ ਇੱਕ ਨੈਗੇਟਿਵ ਟਰਮੀਨਲ ਹੁੰਦਾ। ਅਤੇ ਇਸ ਤਰੀਕੇ ਨਾਲ ਹੁਣ ਦੋਨਾਂ ਐਂਡਸ ਦੇ ਵਿਚਕਾਰ, ਪੋਜ਼ੀਟਿਵ ਐਂਡ ਨੈਗੇਟਿਵ ਟਰਮੀਨਲਸ ਦੇ ਵਿਚਕਾਰ ਪ੍ਰੈਸ਼ਰ ਦਾ ਡਿਫਰੈਂਸ ਹੁੰਦਾ, ਜਿਹਦੇ ਨਾਲ ਕਿ ਇਲੈਕਟ੍ਰੋਨਸ ਦਾ ਫਲੋ ਸ਼ੁਰੂ ਹੋ ਜਾਂਦਾ। ਇਸ ਤਰੀਕੇ ਦੇ ਨਾਲ ਇਲੈਕਟ੍ਰੋਨਸ ਨੈਗੇਟਿਵ ਤੋਂ ਪੋਜ਼ੀਟਿਵ ਵੱਲ ਨੂੰ ਜਾਂਦੇ ਆ, ਠੀਕ ਹੈ। ਅਤੇ ਇਲੈਕਟ੍ਰੋਨਸ ਦੀ ਡਾਇਰੈਕਸ਼ਨ ਜਿਹੜੀ ਆ ਉਹ ਇਸ ਤਰੀਕੇ ਨਾਲ ਨੈਗੇਟਿਵ ਤੋਂ ਪੋਜ਼ੀਟਿਵ ਵੱਲ ਨੂੰ, ਅਤੇ ਕਰੰਟ ਦਾ ਫਲੋ ਹੁੰਦਾ ਪੋਜ਼ੀਟਿਵ ਤੋਂ ਨੈਗੇਟਿਵ ਦੀ ਡਾਇਰੈਕਸ਼ਨ ਦੇ ਵਿੱਚ। ਇਹ ਹੁੰਦਾ ਜੀ, ਜਦੋਂ ਇਹਦੇ ਵਿੱਚੋਂ ਕ੍ਰੋਸ ਹੁੰਦੇ ਆ, ਸਰਕਟ ਪੂਰਾ ਹੋ ਜਾਂਦਾ, ਤਾਂ ਸਾਡਾ ਕੋਈ ਵੀ ਇਲੈਕਟ੍ਰੀਕਲ ਅਪਲਾਇੰਸਸ ਜਾਂ ਬਲਬ ਵਗੈਰਾ ਜੋ ਵੀ ਲਾਇਆ ਤੁਸੀਂ, ਉਹ ਗਲੋ ਕਰਨਾ ਸ਼ੁਰੂ ਕਰ ਦਿੰਦਾ ਹੈ, ਠੀਕ ਹੈ ਜੀ। ਅਤੇ ਇਹ ਹੁਣ ਪੋਟੈਂਸ਼ੀਅਲ ਡਿਫਰੈਂਸ ਜਿਹੜਾ, ਇਹਦਾ ਫਾਰਮੂਲਾ ਕੀ ਆ? V = ਵਰਕ ਡਨ ਪਰ ਯੂਨਿਟ ਚਾਰਜ। ਮਤਲਬ ਹੁਣ ਸਾਨੂੰ ਇਹਦੀ ਹੁਣ ਡੈਫੀਨੇਸ਼ਨ ਜੇ ਅਸੀਂ ਦੇਣੀ ਹੋਵੇ ਤਾਂ ਵਰਕ ਡਨ ਟੂ ਮੂਵ ਅ ਯੂਨਿਟ ਚਾਰਜ ਫਰੋਮ 1 ਪੁਆਇੰਟ ਟੂ ਅਨਦਰ, ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਚਾਰਜ ਨੂੰ ਲਿਜਾਣ ਲਈ ਜਿੰਨਾ ਕੰਮ ਕਰਨਾ ਪੈਂਦਾ ਸਾਨੂੰ, ਉਹਨੂੰ ਕਹਿੰਦੇ ਆ ਪੋਟੈਂਸ਼ੀਅਲ ਡਿਫਰੈਂਸ, ਠੀਕ ਹੈ ਜੀ। ਹੁਣ ਇਹਦੇ ਵਿੱਚ ਟਰਮਸ ਸਾਡੇ ਕੋਲ ਕਿਹੜੀਆਂ ਆਉਣੀਆਂ? V ਦੇ SI ਜਾਣੀ ਕਿ V ਜਾਣੀ ਪੋਟੈਂਸ਼ੀਅਲ ਡਿਫਰੈਂਸ, ਇਹਦੇ SI ਯੂਨਿਟ ਕੀ ਹੁੰਦੇ ਆ? ਵੋਲਟ, ਇਹਨੂੰ ਅਸੀਂ ਵੋਲਟ ਕਹਿੰਦੇ ਹਾਂ। ਅਤੇ ਵਰਕ ਡਨ ਸਾਨੂੰ ਪਤਾ ਹੀ ਹੈ ਜੂਲ। ਅਤੇ ਕਿਊ ਐਜ਼ ਇਟ ਇਜ਼, ਜਿਵੇਂ ਅਸੀਂ ਪਹਿਲਾਂ ਉੱਪਰ ਕਰ ਲਿਆ ਸੀ, ਇਹ ਹੁੰਦੇ ਆ ਜੀ ਸਾਡੇ ਕੂਲਮ। ਅਤੇ ਹੁਣ ਇਹ ਤੋਂ ਅਸੀਂ ਹੋਰ ਫਾਰਮੂਲਾ ਕਿਹੜਾ ਬਣਾ ਸਕਦੇ ਹਾਂ? W = ਚਾਰਜ ਨੂੰ ਦੂਜੇ ਪਾਸੇ ਲੈ ਜਾਓ, V × Q। ਇਹ ਸਾਡੇ ਕੋਲ ਫਾਰਮੂਲਾ ਬਣ ਜਾਂਦਾ ਜੇ ਅਸੀਂ ਵਰਕ ਦਾ ਵੀ ਬਣਾਉਣਾ ਚਾਹੀਏ ਤਾਂ, ਠੀਕ ਹੈ ਜੀ। ਨੈਕਸਟ ਸਾਡੇ ਕੋਲ ਕੀ ਆਉਂਦੀ ਹੈ? ਰੈਜ਼ਿਸਟੈਂਸ। ਹੁਣ ਰੈਜ਼ਿਸਟੈਂਸ ਕੀ ਹੁੰਦੀ ਆ? ਜਿਵੇਂ ਕਿ ਸਾਨੂੰ ਪਤਾ ਹੀ ਹੈ, ਇੱਧਰਲੇ ਪਾਸੇ ਅਸੀਂ ਸਰਕਟ ਡਰੋ ਕੀਤਾ ਸੀਗਾ, ਇਹ ਸਰਕਟ ਆ, ਇਹ ਕੋਈ ਮੈਟਲ ਦੀ ਵਾਇਰ ਹੈ ਜਾਂ ਕੰਡਕਟਰ ਆ। ਹੁਣ ਇਹ ਮਟੀਰੀਅਲ ਜਿਹੜਾ, ਹਰੇਕ ਮਟੀਰੀਅਲ ਆ ਉਹ ਕਰੰਟ ਨੂੰ, ਕੋਈ ਵੀ ਕੰਡਕਟਰ ਆ, ਹਰੇਕ ਕੰਡਕਟਰ ਦੀ ਜਿਹੜੀ ਆ ਆਪਣੀ ਆਪਣੀ ਕਪੈਸਿਟੀ ਹੁੰਦੀ ਆ। ਜਿਵੇਂ ਕਿ ਅਤੇ ਹਰੇਕ ਮਟੀਰੀਅਲ ਦੀ ਕੋਈ ਨਾ ਕੋਈ ਰੈਜ਼ਿਸਟੈਂਸ ਵੀ ਹੁੰਦੀ ਆ, ਕਰੰਟ ਨੂੰ ਰੋਕਣ ਦੀ ਪ੍ਰੋਪਰਟੀ ਵੀ ਹੁੰਦੀ ਆ। ਅਤੇ ਕਰੰਟ ਨੂੰ ਰੋਕਣ ਦੀ ਪ੍ਰੋਪਰਟੀ ਨੂੰ ਕੀ ਕਹਿੰਦੇ ਆ? ਰੈਜ਼ਿਸਟੈਂਸ, ਠੀਕ ਹੈ ਜੀ। ਅਤੇ ਰੈਜ਼ਿਸਟੈਂਸ ਦਾ ਸਾਡੇ ਕੋਲ ਸਿੰਬਲ ਕੀ ਹੁੰਦਾ? ਇਹ ਸਿੰਬਲ ਮੈਂ ਡਰੋ ਆਲਰੇਡੀ ਕੀਤਾ ਹੋਇਆ ਜ਼ਿਗ ਜ਼ੈਗ ਜਿਹਾ, ਅਤੇ ਇਸ ਚੀਜ਼ ਨੂੰ ਅਸੀਂ ਰੈਜ਼ਿਸਟੈਂਸ ਕਹਿੰਦੇ ਹਾਂ। ਅਤੇ ਇਹਨੂੰ ਡਿਫਾਈਨ ਕਿਵੇਂ ਕਰਨਾ ਸੀ? ਓਹਮਜ਼ ਲਾਅ ਦੇ ਵਿੱਚੋਂ। ਓਹਮਜ਼ ਲਾਅ ਹੁਣ ਕੀ ਕਹਿੰਦਾ ਕਿ ਪੋਟੈਂਸ਼ੀਅਲ = I × R, ਵੋਲਟ = ਕਰੰਟ × ਰੈਜ਼ਿਸਟੈਂਸ, ਠੀਕ ਹੈ ਜੀ। ਅਤੇ ਇੱਥੋਂ ਅਸੀਂ ਰੈਜ਼ਿਸਟੈਂਸ ਦਾ ਫਾਰਮੂਲਾ ਡਰੋ ਕਰ ਲਿਆ। R = ਕੀ ਹੋ ਗਿਆ? V/I, ਇਹ ਚੀਜ਼ ਹੋ ਗਈ ਸਾਡੇ ਕੋਲ। ਅਤੇ ਸੇਮ ਤਰੀਕੇ ਨਾਲ ਅਸੀਂ ਕਰੰਟ ਦਾ ਵੀ ਡਰੋ ਕਰ ਸਕਦੇ ਹਾਂ, I = V/R ਹੋ ਜਾਂਦਾ ਹੈ। ਅਤੇ ਹੁਣ ਕਰੰਟ ਨੂੰ ਰੋਕਣ ਦੀ ਕਪੈਸਿਟੀ ਨੂੰ ਕੀ ਕਹਿੰਦੇ ਆ? ਅਸੀਂ ਰੈਜ਼ਿਸਟੈਂਸ ਕਹਿੰਦੇ ਹਾਂ।
ਤੇ ਹੁਣ ਦੇਖੋ ਰੈਜ਼ਿਸਟੈਂਸ ਦੇ ਯੂਨਿਟ ਕੀ ਹੁੰਦੇ ਆ, ਓਹਮ। ਇਸ ਚੀਜ਼ ਨੂੰ ਅਸੀਂ ਓਹਮ ਕਹਿੰਦੇ, ਕਿਉਂਕਿ ਓਹਮ ਜਿਹੜਾ ਸਾਇੰਟਿਸਟ ਉਹਨੇ ਇਸ ਚੀਜ਼ ਦੀ ਡਿਸਕਵਰੀ ਕੀਤੀ ਸੀ, ਤੇ ਇਹਨੂੰ ਓਹਮ ਕਹਿੰਦੇ ਆ। V ਦੇ ਯੂਨਿਟ ਅਸੀਂ ਦੇਖ ਲਿਆ ਵੋਲਟ, ਤੇ I ਦੇ ਯੂਨਿਟ ਹੁੰਦੇ ਆ ਕਰੰਟ। ਹੁਣ ਦੇਖੋ ਹਰੇਕ ਚੀਜ਼ ਦੇ ਵਿੱਚ ਰੈਜ਼ਿਸਟੈਂਸ ਹੁੰਦੀ ਹੈ, ਹਰੇਕ ਚੀਜ਼ ਕਰੰਟ ਨੂੰ ਰੋਕਦੀ ਹੈ, ਚਾਹੇ ਬਲਬ ਹੋਵੇ, ਚਾਹੇ ਸਾਡਾ AC ਹੋਵੇ, ਪੱਖਾ ਹੋਵੇ, ਫੈਨ ਹੋਵੇ, ਸੀਲਿੰਗ ਫੈਨ ਹੋਵੇ, ਚਾਹੇ ਮੋਬਾਈਲਸ ਹੋਣ। ਹਰੇਕ ਚੀਜ਼ ਆ ਜਿਹਦੇ ਵਿੱਚੋਂ ਜੋ ਵੀ ਕੰਡਕਟ ਕਰਦੀ, ਜੋ ਵੀ ਇਲੈਕਟ੍ਰੀਕਲ ਅਪਲਾਇੰਸਸ ਆ, ਉਹ ਕਰੰਟ ਨੂੰ ਰੋਕਦੇ ਆ। ਤੇ ਹੁਣ ਮੇਨ ਚੀਜ਼ ਕੀ ਆਉਂਦੀ ਹੈ ਕਿ ਇਹਨਾਂ ਨੂੰ ਅਸੀਂ ਸੀਰੀਜ਼ ਵਿੱਚ ਲਾਉਣਾ ਜਾਂ ਪੈਰਲਲ ਦੇ ਵਿੱਚ ਲਾਉਣਾ। ਹੁਣ ਦੇਖੋ ਜੇ ਤਾਂ ਅਸੀਂ ਇਹਨਾਂ ਨੂੰ ਪੈਰਲਲ ਦੇ ਵਿੱਚ ਲਾਈਏ ਤਾਂ ਕੀ ਹੁੰਦਾ, ਫਾਰਮੂਲਾ 1/RP, ਜਾਣੀ ਕਿ ਰੈਜ਼ਿਸਟੈਂਸ ਪੈਰਲਲ ਦੇ ਵਿੱਚ ਇਜ਼ ਇਕੁਅਲ ਟੂ 1/R1 ਪਲੱਸ 1/R2 ਪਲੱਸ 1/R3 ਜਾਂ ਸੋ ਔਨ, ਜਿੰਨੀਆਂ ਵੀ ਰੈਜ਼ਿਸਟੈਂਸਸ ਲਾਈਆਂ ਅਸੀਂ। ਠੀਕ ਹੈ ਜੀ। ਜੇ ਇਹਦਾ ਸਿੰਬਲ ਬਣਾਉਣਾ ਹੋਵੇ ਤਾਂ ਕੀ ਬਣੂਗਾ, ਇਸ ਤਰੀਕੇ ਨਾਲ ਬਣਾ ਲਓ। ਇਹ ਰੈਜ਼ਿਸਟੈਂਸ ਹੋ ਗਈ ਇੱਕ, ਠੀਕ ਹੈ ਜੀ, ਤੇ ਇਹ ਰੈਜ਼ਿਸਟੈਂਸ ਹੋ ਗਈ ਇੱਕ, ਤੇ ਅੱਗੇ ਫਰਦਰ ਇਹ ਰੈਜ਼ਿਸਟੈਂਸ ਹੋ ਗਈ। ਇਹ ਹੁਣ ਸਾਰੀਆਂ ਇੱਕ ਪੁਆਇੰਟ ਆਫ ਸੋਰਸ ਦੇ ਨਾਲ ਕੀ ਆ, ਪੈਰਲਲ ਦੇ ਵਿੱਚ ਅਟੈਚਡ ਆ। ਇਸ ਤਰੀਕੇ ਨਾਲ ਇੱਥੋਂ ਲਾ ਲਓ ਇੱਕ ਬੈਟਰੀ, ਇਹ ਸਾਰੀਆਂ ਪੈਰਲਲ ਦੇ ਵਿੱਚ ਅਟੈਚਡ ਆ। ਤੇ ਜੇ ਹੁਣ ਕੀ ਹੋਵੇ ਸਾਡਾ ਸੀਰੀਜ਼ ਦੇ ਵਿੱਚ, ਉਹ ਫਾਰਮੂਲਾ ਸਾਡਾ ਬਣਦਾ R1 ਪਲੱਸ R2 ਪਲੱਸ R3 ਅਪ ਟੂ ਸੋ ਔਨ। ਇੱਥੇ ਹੁਣ ਰੈਜ਼ਿਸਟੈਂਸ ਕਿਵੇਂ ਅਟੈਚ ਆ, ਇਹ 1 ਨੰਬਰ ਰੈਜ਼ਿਸਟੈਂਸ ਹੋ ਗਈ, ਤੇ ਇਹਦੇ ਨਾਲ ਹੀ ਬਿਲਕੁਲ ਸੇਮ 2 ਨੰਬਰ, ਤੇ ਇਹਦੇ ਨਾਲ ਹੀ ਸੇਮ 3 ਨੰਬਰ। ਹੁਣ ਇਹ ਹੁਣ ਆਪਾਂ ਸੋਚੀਏ ਤਾਂ ਕਿਵੇਂ ਦਾ ਕੰਬੀਨੇਸ਼ਨ ਬਣਦਾ। ਜਿਵੇਂ ਅਸੀਂ ਸਾਡੇ ਘਰ ਦਾ TV ਸੈੱਟ, AC, ਫਰਿੱਜ ਤੇ ਜਾਂ ਹੀਟਰ ਜਾਂ ਕੋਈ ਵੀ ਇੱਦਾਂ ਦੀ ਚੀਜ਼ ਅਸੀਂ ਇੱਕੋ ਹੀ ਤਾਰ ਦੇ ਨਾਲ ਸਿੱਧੀ ਜੋੜ ਦਿੱਤੀ। ਹੁਣ ਆਹ ਤਾਰ ਹੈ ਇੱਥੇ AC ਦੇ ਨਾਲ ਲੱਗੀ ਹੋਈ ਹੈ, ਇਹੀ ਤਾਰ ਇੱਥੇ TV ਦੇ ਨਾਲ ਲੱਗੀ ਹੋਈ ਹੈ, ਇਹੀ ਤਾਰ ਨੈਕਸਟ ਕੀ ਹੈ ਸਾਡਾ ਕਿਸੇ ਪ੍ਰੈਸ ਵਗੈਰਾ ਦੇ ਨਾਲ ਲੱਗੀ ਹੋਈ, ਜਾਂ ਕਿਸੇ ਹੋਰ ਚੀਜ਼ ਨਾਲ, ਮਾਈਕ੍ਰੋਵੇਵ ਓਵਨ ਦੇ ਨਾਲ ਲੱਗੀ ਹੋਈ ਹੈ। ਹੁਣ ਦੇਖੋ ਇੱਥੇ ਕੋਈ ਵੀ ਸਰਕਟ, ਜੇ ਇੱਕ ਵੀ ਚੀਜ਼ ਇਹਨਾਂ ਵਿੱਚੋਂ ਖਰਾਬ ਹੋ ਗਈ ਤਾਂ ਕਰੰਟ ਜਾਣਾ ਬੰਦ ਹੋ ਜਾਣਾ। ਹੁਣ ਦੂਜੇ ਪਾਸੇ ਜੇ ਪੈਰਲਲ ਦੀ ਹੈ ਤਾਂ ਇਹਦੇ ਵਿੱਚੋਂ ਜੇ ਇੱਕ ਅੱਧੀ ਚੀਜ਼ ਕੋਈ ਖਰਾਬ ਹੋ ਵੀ ਗਈ, ਚਾਹੇ ਮੰਨ ਲਓ 2 ਹੋ ਗਈਆਂ, ਤਾਂ ਫਿਰ ਵੀ ਸਾਡਾ ਸਰਕਟ ਦਾ ਫਲੋ ਚੱਲਦਾ ਰਹਿਣਾ। ਇਸ ਤਰੀਕੇ ਦਾ ਸਰਕਟ ਜਿਹੜਾ ਸਾਡੇ ਘਰਾਂ ਦੇ ਵਿੱਚ ਯੂਜ਼ ਹੁੰਦਾ ਪੈਰਲਲ ਵਾਲਾ, ਕਿਉਂਕਿ ਇੱਥੇ ਰੈਜ਼ਿਸਟੈਂਸ ਘਟ ਜਾਂਦੀ ਹੈ, ਕਿਉਂਕਿ ਫਾਰਮੂਲਾ ਡਿਵਾਈਡ ਦੇ ਵਿੱਚ ਲੱਗਾ ਹੋਇਆ ਸਾਰੇ। ਠੀਕ ਹੈ ਜੀ। ਨੈਕਸਟ ਹੈਗਾ ਸਾਡਾ ਰੈਜ਼ਿਸਟਿਵਿਟੀ। ਇਹਨੂੰ ਅਸੀਂ ਰੋਹ ਦੇ ਨਾਲ